15 ਅਗਸਤ 1947 ਭਾਰਤ ਦੀ ਆਜ਼ਾਦੀ ਤੇ ਪੰਜਾਬ ਦੀ ਵੰਡ। ਅੱਜ ਹਿੰਦੁਸਤਾਨ ਨੂੰ ਆਜ਼ਾਦ ਹੋਇਆਂ 70 ਸਾਲ ਹੋ ਗਏ ਨੇ। ਇਹ ਦਿਨ ਕੇਵਲ ਮੁਲਕ ਦੀ ਆਜ਼ਾਦੀ ਦਾ ਦਿਨ ਨਹੀਂ ਸੀ, ਇਹ ਦਿਨ ਪੰਜਾਬ ਦੀ ਵੰਡ ਦਾ ਵੀ ਸੀ। ਪੰਜਾਬ ਲਹਿੰਦੇ ਤੇ ਚੜ੍ਹਦੇ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਆਜ਼ਾਦੀ ਦੀ ਜੋ ਕੀਮਤ ਪੰਜਾਬੀਆਂ ਨੂੰ ਤਾਰਨੀ ਪਈ ਹੈ, ਉਸ ਦਾ ਜ਼ਿਕਰ ਕਰਨ ਲਈ ਨਾ ਤਾਂ ਸ਼ਬਦ ਪੂਰੇ ਪੈਂਦੇ ਨੇ ਤੇ ਨਾ ਕਿਤਾਬਾਂ ਦੇ ਵਰਗੇ। ਇਹ ਆਜ਼ਾਦੀ ਦਾ ਸ਼ਬਦ ਇੰਨਾ ਵੱਡਾ ਹੋ ਨਿਬੜਿਆ ਕਿ ਇਸ ਪਿੱਛੇ 10 ਲੱਖ ਜਾਨਾਂ ਦਾ ਲਹੂ ਤੇ 1.5 ਕਰੋੜ ਅੱਖਾਂ ਦੇ ਹੰਝੂ ਲੁਕੇ ਹੀ ਰਹਿ ਗਏ। ਜਾਂ ਪਾਕਿਸਤਾਨ ਲਾ ਗਏ ਜਾਂ ਸਾਰਾ ਹਿੰਦੁਸਤਾਨ ਤਬਾਹ ਕਰ। ਕਤਲੇਆਮ ਤਾਂ ਬਹੁਤ ਹੋਇਆ ਉੱਧਰ ਵੀ ਤੇ ਇੱਧਰ ਵੀ, ਪਰ ਇਹ ਸਾਰਾ ਹੋਇਆ ਪੋਲੀਟੀਕਲ ਹੈ। ਦੰਗੇ ਨਾ ਹੁੰਦੇ ਤੇ ਪਾਕਿਸਤਾਨ ਨਹੀਂ ਸੀ ਬਣ। ਜੱਟ ਸਿੱਖ ਕੋਈ ਬਚਿਆ ਹੀ ਨਹੀਂ ਸੀ। ਇਹ ਨਹੀਂ ਕਿਤੇ ਖਿਆਲ ਇੰਨੀ ਵੱਢ ਟੁੱਕ ਹੋਏਗੀ, ਇੰਨੇ ਕਤਲਾਮ ਹੋਣਗੇ। ਇਤਿਹਾਸ ਦੇ ਪੰਨਿਆਂ ਵਿੱਚ ਇਹ ਸਭ ਤੋਂ ਵੱਡੀ ਹਿਜਰਤ ਸੀ। ਹੋਲੋਕਾਸਟ ਵਰਲਡ ਦੇ ਵਿੱਚ, ਹਿਸਟਰੀ ਦੇ ਵਿੱਚ ਨਹੀਂ ਹੈਗਾ ਕਿ 10 ਲੱਖ ਤੋਂ ਜ਼ਿਆਦਾ ਬੰਦਾ ਮਰ ਗਿਆ ਹੋਵੇ। ਪੰਜਾਬ ਦੀ ਹਿੱਕ ਤੇ ਮਾਰੀ ਇਹ ਲਕੀਰ ਪੰਜਾਬ ਦੀ ਤਵਾਰੀਖ ਦਾ ਇੱਕ ਲਹੂ ਭਿੱਜਿਆ ਪੰਨਾ ਹੋ ਨਿਬੜੀ। ਹਿੰਦੁਸਤਾਨ ਦੀ ਜ਼ਮੀਨ ਨੂੰ ਹਜ਼ਾਰਾਂ ਸਾਲਾਂ ਤੋਂ ਹਮਲਾਵਰਾਂ ਤੋਂ ਬਚਾਉਂਦੇ ਆ ਰਹੇ ਪੰਜਾਬ ਨੂੰ ਅੱਜ ਫਿਰ ਇਸ ਆਜ਼ਾਦੀ ਲਈ ਲਹੂ ਲੁਹਾਨ ਹੋਣਾ ਪਿਆ। ਇਹ ਲਹੂ ਪੀਣੀ ਡੈਣ ਆਜ਼ਾਦੀ ਪੰਜਾਬੀਆਂ ਦੇ ਵਸਦੇ ਘਰਾਂ ਨੂੰ ਬੇਘਰ ਕਰ ਗਈ, ਪਰ ਦਿੱਲੀ ਦੇ ਕਿਸੇ ਰੇਡੀਓ ਤੋਂ ਆਪਣਾ ਘਰ ਵਾਪਸ ਮਿਲਣ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ। Long years ago, we made a tryst with destiny, and now the time comes when we shall redeem our pledge, not wholly or in full measure, but very substantially. At the stroke of the midnight hour, when the world sleeps, India will awake to life and freedom. ਉਸ ਸਮੇਂ ਭਾਰਤ ਦੀ ਆਬਾਦੀ ਵਿੱਚ 25 ਕਰੋੜ ਹਿੰਦੂ, 9 ਕਰੋੜ ਮੁਸਲਮਾਨ ਤੇ 55 ਲੱਖ ਦੇ ਕਰੀਬ ਸਿੱਖ ਸਨ। ਹਰ ਕੋਈ ਆਪਣੇ ਲਈ ਇੱਕ ਵੱਖਰੇ ਮੁਲਕ ਦੀ ਮੰਗ ਕਰ ਰਿਹਾ ਸੀ। 1942 ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਭਾਰਤ ਨੂੰ ਆਜ਼ਾਦ ਕਰਨ ਦੇ ਸੰਕੇਤ ਦਿੱਤੇ। ਇਸ ਸਮੇਂ ਮੁਸਲਮਾਨਾਂ ਵਿੱਚ ਮੁਹੰਮਦ ਅਲੀ ਜਿਨਾਹ, ਸਿੱਖਾਂ ਵਿੱਚ ਮਾਸਟਰ ਤਾਰਾ ਸਿੰਘ, ਹਿੰਦੂਆਂ ਵਿੱਚ ਨਹਿਰੂ ਅਤੇ ਗਾਂਧੀ ਮੁੱਖ ਆਗੂ ਸਨ। ਨਾ ਤਾਂ ਮੁਸਲਿਮ ਲੀਗ ਦੇ ਆਗੂ ਹਿੰਦੂ ਰਾਸ਼ਟਰ ਦੇ ਥੱਲੇ ਜਿਉਣਾ ਚਾਹੁੰਦੇ ਸਨ ਅਤੇ ਨਾ ਹੀ ਸਿੱਖ। ਜਿਨਾਹ ਤਾਂ ਇਹ ਕਹਿੰਦਾ ਸੀ ਕਿ ਮੁਸਲਮਾਨ ਰੋਟੀ ਇੱਕ ਵਕਤ ਦੀ ਖਾ ਲੈਣਗੇ, ਪਰ ਉਹ ਪਾਕਿਸਤਾਨ ਲੈ ਕੇ ਰਹਿਣਗੇ। ਗੱਲ ਨੂੰ ਸਮਝੋ, ਹਿੰਦੂ ਮੁਸਲਮਾਨ ਪਹਿਲਾਂ ਹੀ ਅੱਡ ਨੇ। ਮੁਸਲਮਾਨ ਹਿੰਦੂ ਤੇ ਚੌਂਕੇ ਚੋਂ ਲੰਘ ਜਾਏ ਤੇ ਪੋਚੇ ਪਾਉਂਦੀਆਂ ਸਨ। ਕੁੱਤਾ ਬਿੱਲਾ ਲੰਘ ਜਾ ਕੋਈ ਨਹੀਂ। ਵੰਡ ਸ਼ੁਰੂ ਤੋਂ ਹੈ। ਅੰਗਰੇਜ਼ਾਂ ਨੇ ਆ ਕੇ ਇਸ ਵੰਡ ਨੂੰ ਚੁੱਕਿਆ। ਚੁੱਕਣ ਨਾਲ ਮੁਸਲਮਾਨ ਕਹਿ ਲਗੇ ਸੀ ਮੈਜੋਰਿਟੀ 'ਚ, ਅਸੀਂ ਕੌਮਾਂ ਹਿੰਦੂ ਸਾਨੂੰ ਦਬਾਉਣਾ ਚਾਹੁੰਦੇ ਨੇ, ਅਸੀਂ ਇਹਨਾਂ ਦੇ ਅੰਡਰ ਨਹੀਂ ਰਹਿਣਾ ਚਾਹੁੰਦੇ। ਜਿਨਾਹ ਜਿਹੜਾ ਸੀ ਉਹਨੇ ਇਹ ਨਾਰਾ ਲਾਉਣਾ ਸ਼ੁਰੂ ਕੀਤਾ ਕਿ ਵੀ ਅਸੀਂ ਵੱਖਰੇ ਹੋਣਾ। ਮੇਨਲੀ ਜਿਨਾਹ ਸੀ। ਪਾਕਿਸਤਾਨ ਤਦ ਬਣਿਆ ਜਿਨ੍ਹਾਂ ਨੇ ਜਾ ਕੇ ਇੰਗਲੈਂਡ ਵਿੱਚ ਇਸ ਗੱਲ ਦਾ ਪ੍ਰੋਪੇਗੈਂਡਾ ਕੀਤਾ, ਹਿੰਦੁਸਤਾਨ 'ਚ ਫਸਾਦ ਬਚਾਏ। ਬਾਹਰ ਜਾ ਕੇ ਕਿਹਾ ਜਿੰਨਾ ਚਿਰ ਨਾ ਮਿਲੇਗਾ ਅਸੀਂ ਰੌਲਾ ਪਾਈ ਜਾਵਾਂਗੇ। ਨਹਿਰੂ ਨੂੰ ਉਹਨਾਂ ਬੇਇੱਜ਼ਤ ਕੀਤਾ ਇੰਟਰਮ ਗਵਰਨਮੈਂਟ ਵਿੱਚ। ਨਹਿਰੂ ਕਹਿੰਦਾ ਪਾਕਿਸਤਾਨ ਨਹੀਂ ਬਣੇਗਾ। ਅਬਦੁਲ ਰਾਬ ਲਸ਼ਕਰ ਉੱਠ ਕੇ ਕਹਿੰਦਾ, ਓਏ ਤੂੰ ਕੀ ਲੱਗਦਾ, ਪਾਕਿਸਤਾਨ ਬਣਾ ਕੇ ਆ ਗਿਆ, ਤੂੰ ਕੀ ਕਰ ਸਾਡਾ ਵਿਗਾੜ ਸਕਦਾ। ਉਸ ਇੰਨਾ ਇਨਸਲਟਡ ਫੀਲ ਕੀਤਾ, ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ। ਸੋ ਹਾਲਾਤ ਹੀ ਹੋ ਜਾਊਗਾ। ਬਰਤਾਨੀਆ ਸਰਕਾਰ ਭਾਰਤ ਦੇ ਬਟਵਾਰੇ ਨੂੰ ਰੋਕਣਾ ਚਾਹੁੰਦੀ ਸੀ।
ਇਸ ਲਈ ਉਸਨੇ ਯੂਨੀਅਨ ਆਫ ਇੰਡੀਆ ਦਾ ਮਤਾ ਵੀ ਪੇਸ਼ ਕੀਤਾ। ਇਸ ਦਾ ਮਤਲਬ ਇਹ ਸੀ ਕਿ ਭਾਰਤ ਨੂੰ ਵੰਡਿਆ ਨਹੀਂ ਜਾਵੇਗਾ। ਮੁਸਲਮਾਨਾਂ, ਸਿੱਖਾਂ ਤੇ ਰਿਆਸਤਾਂ ਨੂੰ ਉਹਨਾਂ ਦੀ ਖੁਦ ਮੁਖਤਿਆਰੀ ਦੀ ਸਟੇਟ ਦਿੱਤੀ ਜਾਵੇਗੀ। ਮੁਸਲਮਾਨ ਤੇ ਸਿੱਖਾਂ ਨੇ ਤਾਂ ਇਸ ਨੂੰ ਪ੍ਰਵਾਨ ਕਰ ਲਿਆ ਸੀ, ਪਰ ਨਹਿਰੂ ਅਤੇ ਗਾਂਧੀ ਨੂੰ ਇਹ ਸਵੀਕਾਰ ਨਹੀਂ ਸੀ। ਸਿੱਖ ਪੰਜਾਬ ਦੇ ਦੋ ਹਿੱਸੇ ਨਹੀਂ ਹੋਣ ਦੇਣਾ ਚਾਹੁੰਦੇ ਸਨ, ਇਸ ਲਈ ਉਹ ਪਾਕਿਸਤਾਨ ਦੀ ਮੰਗ ਦੇ ਹੱਕ ਵਿੱਚ ਨਹੀਂ ਸਨ। ਜਿਨ੍ਹਾਂ ਵੀ ਪੰਜਾਬ ਦੀ ਵੰਡ ਦੇ ਹੱਕ ਵਿੱਚ ਨਹੀਂ ਸੀ, ਉਹ ਚਾਹੁੰਦਾ ਸੀ ਸਾਰੇ ਦਾ ਸਾਰਾ ਪੰਜਾਬ ਪਾਕਿਸਤਾਨ ਵਿੱਚ ਆ ਜਾਵੇ। ਇਸ ਲਈ ਉਸਨੇ ਮਈ 1947 ਨੂੰ ਕਪੂਰ ਸਿੰਘ ਰਾਹੀਂ ਇੱਕ ਚਿੱਠੀ ਮਾਸਟਰ ਤਾਰਾ ਸਿੰਘ ਨੂੰ ਲਿਖੀ, ਜਿਸ ਵਿੱਚ ਉਸਨੇ ਸਿੱਖਾਂ ਨੂੰ ਮੁਸਲਮਾਨਾਂ ਨਾਲ ਆ ਜਾਣ ਲਈ ਕਿਹਾ ਸੀ, ਜਿਨ੍ਹਾਂ ਨੇ ਸਿੱਖਾਂ ਨੂੰ ਇਹ ਯਕੀਨ ਦਿਵਾਇਆ ਸੀ ਕਿ ਰਾਵੀ ਤੋਂ ਜਮਨਾ ਤੱਕ ਦਾ ਇਲਾਕਾ ਸਿੱਖਾਂ ਦਾ ਖੁਦ ਮੁਖਤਿਆਰ ਹੋਵੇਗਾ। ਹਰ ਵਿਭਾਗ ਅਤੇ ਅਦਾਰੇ ਵਿੱਚ 33% ਸੀਟਾਂ ਸਿੱਖਾਂ ਲਈ ਰਾਖਵੀਆਂ ਹੋਣਗੀਆਂ। ਫੌਜ ਵਿੱਚ ਵੀ ਸਿੱਖਾਂ ਦੀ ਗਿਣਤੀ ਇੰਨੀ ਹੀ ਰੱਖੀ ਜਾਵੇਗੀ। ਇਸ ਤੋਂ ਬਿਨਾਂ ਉਸਨੇ ਇਹ ਵਾਅਦਾ ਵੀ ਕੀਤਾ ਕਿ ਪਾਕਿਸਤਾਨ ਦਾ ਗਵਰਨਰ ਜਾਂ ਪ੍ਰਧਾਨ ਮੰਤਰੀ ਸਿੱਖ ਹੀ ਹੋਵੇਗਾ। ਹਿੰਦੂ ਸਿੱਖ ਸੀਗੇ ਨਾ, ਇਹ ਪਾਕਿਸਤਾਨ ਬਣ ਨਹੀਂ ਸੀ ਦੇਣਾ ਚਾਹੁੰਦੇ। ਇਹ ਕਹਿੰਦੇ ਸੀ ਵੀ ਜੇ ਪਾਕਿਸਤਾਨ ਬਣ ਗਿਆ ਤਾਂ ਵੀ ਸਾਡਾ ਯੂਨਿਟੀ ਟੁੱਟ ਜਾਏਗੀ। ਤੇ ਇਹ ਪਾਕਿਸਤਾਨ ਬਣਨਾ ਇਸ ਕਰਕੇ ਰੋਕ ਰਹੇ ਸੀ ਕਿ ਵੀ ਅਸੀਂ ਸਾਡੀ ਏਕਤਾ ਰਹੇ ਤੇ ਬਹੁਤ ਅੱਛਾ ਹੈ। ਉਧਰਲੇ ਮੁਸਲਮਾਨ ਜਿਹੜੇ ਮੁਸਲਮਾਨ ਸੀ ਉਹ ਮਹਿਸੂਸ ਕਰਨ ਲੱਗੇ ਕਿ ਵੀ ਇਹ ਸਾਡੀ ਵਿਰੋਧਤਾ ਕਰ ਰਹੇ ਹੈ, ਵੀ ਅਸੀਂ ਆਪਣਾ ਇੱਕ ਦੇਸ਼ ਬਣਾ ਰਹੇ ਹਾਂ ਤੇ ਸਾਡਾ ਦੇਸ਼ ਨਹੀਂ ਬਣਨ ਦੇ ਰਿਹਾ। ਦੇਖੋ ਜੀ, ਮੈਂ ਉਸ ਵੇਲੇ ਮੇਰੀ ਉਮਰ ਛੋਟੀ ਸੀ, ਮੇਰੇ ਵਾਸਤੇ ਕਹਿਣਾ ਔਖਾ ਵੀ ਉਦੋਂ ਉਹਨਾਂ ਹਾਲਾਤ 'ਚ ਕੀ ਸੀ, ਪਰ ਜੋ ਮੈਂ ਸਮਝ ਸਕਦਾ ਨਾ, ਇਹ ਲੈਕ ਆਫ ਕਨਫੀਡੈਂਸ, ਮੁਸਲਮਾਨਾਂ ਨੂੰ ਇਹ ਕਨਫੀਡੈਂਸ ਨਹੀਂ ਸੀ ਕਿ ਅਸੀਂ ਸਾਂਝੇ ਜਿਹੜੇ ਹਿੰਦੂ ਜਿਹੜੇ ਨੇ ਉਹ ਸਾਡੇ ਨਾਲ ਵਤੀਰਾ ਜਿਹੜੀ ਮੈਜੋਰਟੀ ਹੋਏਗੀ ਅਤੇ ਮੈਜੋਰਟੀ ਜਿਹੜੀ ਸਾਡੇ ਨਾਲ ਉਹ ਸਾਨੂੰ ਸਲੂਕ ਜਿਹੜਾ ਉਹ ਚੰਗਾ ਦੇਵੇਗੀ ਕਿ ਨਹੀਂ ਦੇਵੇਗੀ। ਇਹ ਜਿਹੜਾ ਲੈਕ ਆਫ ਕਨਫੀਡੈਂਸ ਆ, ਉਹ ਲੈਕ ਆਫ ਕਨਫੀਡੈਂਸ ਹੁਣ ਵੀ ਅੱਜ ਵੀ ਦੇਖੋ, ਅੱਜ ਮੁਸਲਮਾਨਾਂ ਨੂੰ ਕਨਫੀਡੈਂਸ ਹੈ ਨਹੀਂ ਹੈ। ਅਤੇ ਹੁਣ ਉਦੋਂ ਇਸ ਤੋਂ ਸਿਚੁਏਸ਼ਨ ਇੰਨੀ ਮਾੜੀ ਨਹੀਂ ਸੀ ਜਿੰਨੀ ਅੱਜ ਆ ਸਗੋਂ, ਲੇਕਿਨ ਉਸ ਵੇਲੇ ਉਹਨਾਂ ਨੂੰ ਇਹ ਸੀ ਵੀ ਜੇ ਅਸੀਂ ਅੱਡ ਸਾਡਾ ਮੁਲਕ ਹੋਏਗਾ ਅਤੇ ਅਸੀਂ ਜੇ ਦੋਨਾਂ ਨੂੰ ਆਪਸ ਵਿੱਚ ਉਸ ਤਰ੍ਹਾਂ ਹੋਏਗਾ। ਲੇਕਿਨ ਬਾਅਦ 'ਚ ਕਿਉਂਕਿ ਉਹਨਾਂ ਨੇ ਇੱਕ ਤਾਂ ਪਿਓਰਲੀ ਪਾਕਿਸਤਾਨ ਕਰ ਲਿਆ, ਓਨਲੀ ਫਾਰ ਮੁਸਲਿਮਸ, ਜੇ ਉਹ ਵੀ ਡੈਮੋਕ੍ਰੇਟਿਕ ਰੱਖਦੇ ਚੰਗੀ ਤਰ੍ਹਾਂ, ਇੱਧਰ ਵੀ ਡੈਮੋਕ੍ਰੇਟਿਕ ਰਹਿੰਦਾ, ਫਿਰ ਸ਼ਾਇਦ ਇੰਨੇ ਹਾਲਾਤ ਖਰਾਬ ਆਪਸ ਵਿੱਚ ਨਾ ਹੁੰਦੇ। ਹੁਣ ਇਹ ਉੱਧਰ ਡੈਮੋਕ੍ਰੇਟਿਕ ਹੈ ਨਹੀਂ, ਇੱਧਰ ਡੈਮੋਕ੍ਰੇਟਿਕ ਹੁੰਦਿਆਂ ਹੋਇਆਂ ਵੀ ਡੈਮੋਕ੍ਰੇਸੀ ਜਿਹੜੀ ਆ ਉਹ ਉਨੀ ਸਾਨੂੰ ਐਪਰੈਂਟਲੀ ਨਜ਼ਰ ਨਹੀਂ ਆਉਂਦੀ ਕਿ ਸਾਰੇ ਰਿਲੀਜਨ ਜਿਹੜੇ ਐਟ ਪਾਰ ਨੇ। ਜਿੱਦਾਂ ਸਿੱਖ ਕਈ ਦਫਾ ਕਹਿ ਦਿੰਦੇ ਆ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ। 2 ਜੂਨ ਨੂੰ ਵਾਇਸਰਾਏ ਵੱਲੋਂ ਗੋਲ ਮੇਜ਼ ਮੀਟਿੰਗ ਕੀਤੀ ਗਈ ਸੀ। ਨਹਿਰੂ ਤੇ ਜਿਨ੍ਹਾਂ ਨੇ ਆਪਣੀ ਕੌਮ ਵੱਲੋਂ ਆਪਣੇ ਪੱਖ ਰੱਖ ਕੇ ਇਸ ਤੇ ਸਹਿਮਤੀ ਦੇ ਦਿੱਤੀ, ਪਰ ਸਿੱਖਾਂ ਦੇ ਆਗੂ ਬਲਦੇਵ ਸਿੰਘ ਵੱਲੋਂ ਆਪਣੀ ਕੋਈ ਵੀ ਮੰਗ ਨਾ ਰੱਖੇ ਬਿਨਾਂ ਨਹਿਰੂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਪਤਾ ਨਹੀਂ 3 ਜੂਨ ਨੂੰ ਹੀ ਫੈਸਲਾ ਹੋ ਗਿਆ ਸੀ ਕਿ ਵੀ ਇੱਕ ਵੱਖਰਾ ਮੁਸਲਿਮ ਸੂਬਾ ਬਣਾਇਆ ਜਾਏਗਾ, ਮੁਸਲਮਾਨਾਂ ਨੂੰ ਇੱਕ ਵੱਖਰਾ ਏਰੀਆ ਦਿੱਤਾ ਜਾਏਗਾ, ਸੂਬਾ ਨਹੀਂ, ਮੁਸਲਿਮ ਮੈਜੋਰਟੀ ਨਹੀਂ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇੱਕ ਵੱਖਰਾ ਏਰੀਆ ਦੇ ਦਿੱਤਾ ਜਾਏਗਾ। ਇਹ ਸ਼ਾਇਦ 3 ਜੂਨ ਦੀ ਮੀਟਿੰਗ ਜੇ ਕਿਰਪਾਲ ਸਿੰਘ ਨੂੰ ਜ਼ਿਆਦਾ ਪਤਾ। 3 ਜੂਨ ਦੀ ਮੀਟਿੰਗ ਵਿੱਚ ਇਹ ਫੈਸਲਾ ਹੋ ਚੁੱਕਾ ਸੀ। 27 ਦੰਗੇ ਤਾਂ ਉਦੋਂ ਪਹਿਲਾਂ ਹੀ ਸ਼ੁਰੂ ਹੋ ਗਏ ਸੀ, ਜਾਂ ਲੋਕਾਂ ਨੂੰ ਇਸ ਗੱਲ ਦੀ ਭਿਣਕ ਪੈਣੀ ਸ਼ੁਰੂ ਹੋ ਗਈ ਕਿ ਇਹ ਇੱਕ ਵੱਖਰਾ ਸੂਬਾ ਮੰਗ ਰਹੇ ਹੈ। ਫਿਰ ਉਹਦੇ ਦੁਸ਼ਮਣ ਦੰਗੇ ਤਾਂ ਮਾਰਚ ਵਿੱਚ ਹੀ ਸ਼ੁਰੂ ਹੋ ਗਏ ਸੀ ਉੱਧਰਲੇ ਪਾਸੇ, ਇੱਧਰਲੇ ਪਾਸੇ ਅਜੇ ਨਹੀਂ ਸੀ ਹੋਏ। ਅਸਲ ਵਿੱਚ ਇਹ ਭਾਰਤ ਦੀ ਆਜ਼ਾਦੀ ਨਹੀਂ, ਕੇਵਲ ਟ੍ਰਾਂਸਫਰ ਆਫ ਪਾਵਰ ਸੀ। ਭਾਰਤੀ ਲੋਕ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਆਪਣਿਆਂ ਦੇ ਗੁਲਾਮ ਬਣਨ ਜਾ ਰਹੇ ਸਨ। ਸਿੱਖਾਂ ਨੇ ਕ੍ਰਿਸਪ ਕੋਲ ਆਜ਼ਾਦ ਪੰਜਾਬ ਦੀ ਮੰਗ ਰੱਖੀ, ਜਿਸ ਨੂੰ ਲੋਕਾਂ ਨੇ ਸਿੱਖ ਸਟੇਟ ਦਾ ਨਾਂ ਦਿੱਤਾ। ਸਿੱਖਾਂ ਦੀ ਮੰਗ ਸੀ ਪੰਜਾਬ ਦੀ ਹੱਦ ਚਿਨਾਬ ਤੱਕ ਰੱਖੀ ਜਾਵੇ। ਮੰਗ ਤੇ ਜਾਇਜ਼ ਸੀ, ਪਰ ਪਰਸੂ ਕਰਨ ਵਾਲੇ ਕੋਈ ਨਹੀਂ ਸਨ। ਆਬਾਦੀ ਦੀ ਗੱਲ ਨਹੀਂ। ਅੰਗਰੇਜ਼ ਕਹਿੰਦੇ ਸਨ ਸਾਡੀ ਡੈਮੋਕ੍ਰੈਟਿਕ ਗਵਰਨਮੈਂਟ ਹੈ, ਅਸੀਂ ਡੈਮੋਕ੍ਰੈਟਿਕਲੀ ਤਾਕਤ ਦੇਣੀ ਹੈ, ਜਿੱਥੇ ਵੋਟ ਜ਼ਿਆਦਾ ਨੇ ਉੱਥੇ ਦਿਆਂਗੇ। ਸਿੱਖਾਂ ਦੀ ਕਿਸੇ ਇੱਕ ਥਾਂ 'ਤੇ ਆਬਾਦੀ ਜ਼ਿਆਦਾ ਨਹੀਂ ਸੀ,
ਕਿਸੇ ਜ਼ਿਲ੍ਹੇ 'ਚ ਵੀ। ਇਸ ਕਰਕੇ ਕੋਈ ਨਹੀਂ ਮਿਲਿਆ। ਸਿੱਖਾਂ ਦੀ ਇੰਨੀ ਤਾਕਤ ਇੰਨੀ ਵਸੋਂ ਨਹੀਂ ਸੀ ਕਿ ਵੀ ਉਹ ਆਪਣੇ ਆਪ ਨੂੰ, ਮਾਸਟਰ ਤਾਰਾ ਸਿੰਘ ਨੇ ਇਹ ਚੁੱਕਿਆ ਜ਼ਰੂਰ ਝੰਡਾ ਝੁੰਡਾ। ਮੈਨੂੰ ਨਹੀਂ ਪਤਾ ਵੀ ਮਾਸਟਰ ਤਾਰਾ ਸਿੰਘ ਵੀ ਚਾਹੁੰਦਾ ਸੀ ਕਿ ਨਹੀਂ ਚਾਹੁੰਦਾ ਸੀ। ਸਿੱਖ ਵਿੱਚੋਂ ਵੀ ਚਾਹੁੰਦੇ ਸੀਗੇ, ਪਰ ਸਿੱਖਾਂ ਦੀ ਗਿਣਤੀ ਇੰਨੀ ਘੱਟ ਸੀ ਕਿ ਮੁਸਲਮਾਨਾਂ ਜਿੰਨਾ ਉਹਨਾਂ ਦਾ ਦਬਾਅ ਨਹੀਂ ਸੀ ਪੈ ਸਕਦਾ। ਮੁਸਲਮਾਨ ਤਾਂ ਬਹੁਤ ਤਾਕਤ ਸੀ, ਹਿੰਦੁਸਤਾਨ ਵਿੱਚ ਹੀ ਸੀਗੀ। ਯੂਪੀ ਬਿਹਾਰ ਦੇ ਮੁਸਲਮਾਨ ਤੇ ਦੇਸ਼ ਤੋਂ ਬਾਹਰ ਬੜੀ ਸਪੋਰਟ ਮਿਲ ਰਹੀ ਸੀ। ਇੰਨੇ ਕੰਟਰੀਜ਼ ਮੁਸਲਮਾਨਾਂ ਦੇ ਸੀਗੇ। ਸਿੱਖਾਂ ਕੋਲ ਉਨੀ ਤਾਕਤ ਹੈ ਨਹੀਂ ਸੀ, ਸਿੱਖਾਂ ਨੂੰ ਮਿਲ ਨਹੀਂ ਸੀ ਸਕਦਾ। ਪੰਜਾਬ ਦੇ 2 ਹਿੱਸੇ ਕਰਨ ਲਈ ਰੈੱਡ ਕਲਿਫ ਨੂੰ 8 ਜੁਲਾਈ ਨੂੰ ਭਾਰਤ ਭੇਜਿਆ ਗਿਆ। ਉਸ ਕੋਲ ਕੇਵਲ 36 ਦਿਨਾਂ ਦਾ ਸਮਾਂ ਸੀ। ਉਹ ਇਸ ਤੋਂ ਪਹਿਲਾਂ ਭਾਰਤ ਕਦੇ ਨਹੀਂ ਸੀ ਆਇਆ, ਇਸ ਲਈ ਉਹ ਭਾਰਤ ਦੇ ਭੂਗੋਲਿਕ ਖਿੱਤੇ ਤੇ ਸਮਾਜਿਕ ਕਾਰਨਾਂ ਬਾਰੇ ਨਹੀਂ ਸੀ ਜਾਣਦਾ। 14 ਅਤੇ 15 ਅਗਸਤ ਨੂੰ ਦੋਵੇਂ ਮੁਲਕਾਂ ਵਿੱਚ ਆਪਣੇ ਆਪਣੇ ਝੰਡੇ ਲਹਿਰਾਏ ਗਏ ਤੇ ਆਜ਼ਾਦੀ ਮਨਾਈ ਗਈ। ਲਿਆਕਤ ਅਲੀ ਖਾਨ ਪਾਕਿਸਤਾਨ ਤੇ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ। सोलह अगस्त ਨੂੰ ਹੱਦਬੰਦੀ ਦੇ ਫੈਸਲੇ ਜਾਰੀ ਕਰ ਦਿੱਤੇ ਗਏ। ਇਸ ਵੰਡ ਨਾਲ ਮੂਲ ਪੰਜਾਬ ਦਾ 62% ਖੇਤਰ ਪੱਛਮੀ ਪੰਜਾਬ ਨੂੰ ਚਲਾ ਗਿਆ ਅਤੇ 38% ਖੇਤਰ ਪੂਰਬੀ ਪੰਜਾਬ ਨੂੰ ਪ੍ਰਾਪਤ ਹੋਇਆ। ਇਸ ਬਟਵਾਰੇ ਦੇ ਕਾਰਨ ਦੋਹਾਂ ਪਾਸਿਆਂ ਦੇ ਵਸਨੀਕਾਂ ਨੂੰ 15 ਅਗਸਤ ਤੋਂ ਬਾਅਦ ਹਿਜਰਤ ਕਰਨੀ ਪਈ। ਲਹਿੰਦੇ ਪੰਜਾਬ ਤੋਂ ਲਗਭਗ 38 ਲੱਖ ਗੈਰ ਮੁਸਲਮਾਨ ਚੜ੍ਹਦੇ ਪੰਜਾਬ ਨੂੰ ਆਏ ਤੇ ਕਰੀਬ 44 ਲੱਖ ਮੁਸਲਮਾਨ ਲਹਿੰਦੇ ਪੰਜਾਬ ਨੂੰ ਚਲੇ ਗਏ। ਕਿਸੇ ਨੂੰ ਸੁਪਨੇ 'ਚ ਵੀ ਨਹੀਂ ਸੀ ਕਿ ਇੱਦਾਂ ਅੱਡੋ ਅੱਡ ਹੋਏਗਾ। ਇਹ ਸੀਗਾ ਵੀ ਆਜ਼ਾਦੀ ਜਦੋਂ ਹੋ ਗਈ, ਪਹਿਲਾਂ ਤਾਂ ਇਹ ਸੀ ਵੀ ਇਕੱਠਾ ਇੱਕ ਮੁਲਕ ਹੋਏਗਾ, ਲੇਕਿਨ ਜੋ ਮੁਸਲਿਮ ਲੀਗ ਬਹੁਤਾ ਰੌਲਾ ਪਾਉਂਦੀ ਸੀ, ਇੰਡੀਕੇਸ਼ਨ ਹੋ ਰਹੀਆਂ ਸੀ ਵੀ ਸ਼ਾਇਦ ਪਾਕਿਸਤਾਨ ਬਣ ਜਾਏ। ਪਾਕਿਸਤਾਨ ਬਣਨ ਤੋਂ ਬਾਅਦ ਵੀ ਕਿਸੇ ਨੂੰ ਇਹ ਖਿਆਲ ਨਹੀਂ ਸੀ ਵੀ ਸਾਨੂੰ ਇੱਕ ਪਾਸੇ ਛੱਡ ਕੇ ਦੂਜੇ ਪਾਸੇ ਜਾਣਾ ਪਊਗਾ। ਲੋਕਾਂ ਦੇ ਪੱਧਰ ਤੇ ਇਹ ਗੱਲ ਹੈ ਹੀ ਨਹੀਂ ਸੀ। ਲੋਕਾਂ ਨੂੰ ਤਾਂ ਉਸ ਵੇਲੇ ਅਹਿਸਾਸ ਹੋਇਆ ਜਦ ਪਾਰਟੀ 7 ਨੂੰ ਐਲਾਨ ਹੋ ਗਿਆ ਕਿ ਵੀ ਇਹ ਵੱਖਰੇ ਵੱਖਰੇ ਹੋ ਗਏ। ਲੋਕ ਕਦੀ ਵੀ ਪਾਰਟੀ 'ਚ ਇੰਟਰਸਟਡ ਨਹੀਂ ਸੀ। ਲੋਕ ਤਾਂ ਹੁਣ ਵੀ ਤੁਸੀਂ ਪਾਕਿਸਤਾਨ ਜਾਓ ਤੁਹਾਨੂੰ ਜੱਫੀਆਂ ਪਾ ਕੇ ਮਿਲਦੇ ਨੇ ਮੁਸਲਮਾਨ। ਉਹ ਇੱਥੇ ਆਉਂਦੇ ਤਾਂ ਅਸੀਂ ਉਹਨਾਂ ਦਾ ਬੜਾ ਆਦਰ ਮਾਣ ਕਰਦੇ ਹਾਂ। ਕੋਈ ਨਹੀਂ ਸੀ ਚਾਹੁੰਦਾ ਕਿ ਉਹ ਆਪਣੀਆਂ ਸਰਜ਼ਮੀਨਾਂ ਨੂੰ ਛੱਡ ਕੇ ਜਾਵੇ, ਪਰ ਹਾਲਾਤ ਅਤੇ ਸਰਕਾਰਾਂ ਉੱਤੇ ਉਹਨਾਂ ਦਾ ਕੋਈ ਜ਼ੋਰ ਨਹੀਂ ਸੀ। ਅੱਖਾਂ ਵਿੱਚ ਹੰਝੂ ਅਤੇ ਕਿੰਨੀਆਂ ਹੀ ਸਦਰਾਂ ਦੀਆਂ ਲਾਸ਼ਾਂ ਚੁੱਕੀ ਉਹ ਪੈਰ ਘੜੀਸਦੇ ਆਪਣੀਆਂ ਹਵੇਲੀਆਂ ਤੇ ਪੈਲੀਆਂ ਨੂੰ ਅਲਵਿਦਾ ਆਖ ਤੁਰੇ। ਦੇਖੋ, ਪੋਲੀਟੀਕਲ ਸਿਚੁਏਸ਼ਨ ਕਈ ਵਾਰੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਟਾਲਣੀ ਉਹ ਮੁਸ਼ਕਿਲ ਹੋ ਜਾਂਦੀ ਹੈ। ਜਦ ਪਿੱਚ 'ਤੇ ਪਹੁੰਚਿਆ ਹੋਇਆ ਨਾ ਮਾਮਲਾ, ਅਤੇ ਆਪਣੀਆਂ ਧਿਰਾਂ ਜਿਹੜੀਆਂ ਉਹ ਡਟ ਜਾਂਦੀਆਂ ਨੇ, ਫਿਰ ਉਹਨਾਂ ਨੂੰ ਤੁਸੀਂ ਰੋਕਣਾ ਬੜਾ ਮੁਸ਼ਕਿਲ ਹੋ ਜਾਂਦਾ। ਉਹ ਜਿਹੜਾ ਵੀ ਜਿਹਨੂੰ ਵੀ ਰੋਕੋਗੇ ਉਹ ਕਹੋਗੇ ਕਿ ਜੀ ਸਾਡਾ ਨੁਕਸਾਨ ਪਹੁੰਚਾ ਰਹੇ ਆ। ਮਿੰਟ ਗੁਮਰੀ, ਲਾਹੌਰ ਅਤੇ ਮੁਲਤਾਨ ਦੇ ਸਿੱਖਾਂ ਨੂੰ 15 ਅਗਸਤ ਤੱਕ ਇਹ ਅਹਿਸਾਸ ਹੀ ਨਹੀਂ ਸੀ ਕਿ ਆਜ਼ਾਦੀ ਉਹਨਾਂ ਤੋਂ ਇਹ ਸ਼ਹਿਰ ਵੀ ਖੋਹ ਲੈ ਜਾਵੇਗੀ। ਹਰ ਦਿਲ ਵਿੱਚ ਸਹਿਮ ਸੀ, ਇੱਕ ਡਰ ਸੀ। ਆਜ਼ਾਦੀ ਆਪਣਾ ਰੰਗ ਵਿਖਾ ਰਹੀ ਸੀ, ਕਤਲੇਆਮ ਕਰ ਰਹੀ ਸੀ, ਧੀਆਂ ਦੀਆਂ ਇੱਜ਼ਤਾਂ ਲੁੱਟ ਰਹੀ ਸੀ, ਪੁੱਤ ਮਾਰ ਰਹੀ ਸੀ ਅਤੇ ਜਿਉਂਦਿਆਂ ਨੂੰ ਸਾੜ ਰਹੀ ਸੀ। ਇਹ ਜਿਹੜਾ ਪਾਕਿਸਤਾਨ ਬਣਿਆ ਤੇ ਬੜਾ ਰੌਲਾ ਪੈ ਗਿਆ। ਲੋਕੀ ਆਪਣਾ ਸਮਾਨ ਕੱਢਣ ਲੱਗ ਗਏ ਬਾਹਰ, ਤੇ ਉਹ ਉੱਥੋਂ ਦਾ ਮੌਲਵੀ ਕਹਿੰਦਾ ਕੋਈ ਸਮਾਨ ਨਾ ਕੱਢੋ, ਇੱਥੇ ਕੁਛ ਨਹੀਂ ਮੈਂ ਹੋਣ ਦਾਂਗਾ। ਜੇ ਕੁਛ ਹੋਇਆ ਤੇ ਪਹਿਲਾਂ ਮੈਂ ਆਪਣੇ ਬੱਚਿਆਂ ਨੂੰ ਮਾਰਾਂਗਾ, ਤੁਸੀਂ ਚੁੱਪ ਕਰਕੇ ਬੈਠੇ ਰਹੋ। ਫਿਰ ਸਾਰੇ ਲੋਕੀ ਬੈਠੇ ਰਹੇ ਚੁੱਪ ਕਰਕੇ। ਕਈ ਵਿੱਚੋਂ ਕਹਿੰਦੇ ਸੀ ਇਹ ਗਲਤ ਬੋਲਦਾ ਪਿਆ, ਇਹ ਠੀਕ ਨਹੀਂ ਬੋਲ ਰਿਹਾ, ਇੱਥੇ ਕੁਝ ਨਾ ਕੁਝ ਹੋਏਗਾ। ਫਿਰ ਇੱਕ ਦਿਨ ਕੀ ਹੋਇਆ, ਸਵੇਰੇ 8 ਵਜੇ ਬਾਹਰੋਂ ਮੁਸਲਮਾਨ ਆ ਕੇ ਉਹ ਸਾਰਾ ਪਿੰਡ ਉਹਨਾਂ ਨੇ ਘੇਰ ਲਿਆ, ਚਾਰੋਂ ਪਾਸੇ ਘੇਰ ਕੇ ਉਹ ਕਰਕੇ ਲੁੱਟ ਮਾਰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਲੋਕਾਂ ਨੂੰ ਉਹ ਵੱਢ ਟੁੱਕ ਸ਼ੁਰੂ ਕਰ ਦਿੱਤੀ। ਪਿੰਡ ਦੇ ਸਾਰੇ ਜੱਟ ਖੂਹਾਂ 'ਤੇ ਗਏ ਸੀ, ਉੱਥੇ ਜਾ ਕੇ ਸਾਰਿਆਂ ਨੂੰ ਉਹਨਾਂ ਨੇ 4 ਹੈ ਤੇ 4 ਖਤਮ ਕਰ ਦਿੱਤੇ, 2 ਹੈ ਤੇ 2, 5 ਹੈ ਤੇ 5। ਕਿਸੇ ਬਿਮਾਰੀ ਵਾਂਗ ਪੰਜਾਬ ਦੇ ਪਾਣੀਆਂ ਤੇ ਮਿੱਟੀ ਵਿੱਚ ਆਜ਼ਾਦੀ ਫੈਲ ਗਈ। ਦੇਖੋ ਜੀ, ਹੈ ਤੇ ਉਹੀ ਬੰਦੇ ਨੇ ਜਿਹੜੇ ਕਾਮਨ, ਲੇਕਿਨ ਰਿਲੀਜਨ ਦੇ ਨਾਂ 'ਤੇ ਕਹਿ ਲਓ ਵੀ ਅਫਵਾਹ ਉਡਾ ਕੇ ਉਹਨੂੰ ਕਈ ਗੁਣਾ ਗੱਲ ਵਧਾ ਕੇ ਗਾਂਹ ਦੱਸਣੀ। ਉਹਦਾ ਰਿਜ਼ਲਟ ਇਹ ਹੋਇਆ ਵੀ ਇੱਕ ਥਾਂ ਗੱਡੀ ਵੱਢੀ ਗਈ, ਉਹ ਉੱਧਰ ਗਈ, ਉਹਨਾਂ ਨੇ ਆਖਿਆ ਵੀ ਅਸੀਂ ਬਦਲਾ ਲੈਣਾ, ਉਹਨਾਂ ਵੱਢ ਕੇ ਇੱਧਰ ਭੇਜਤੀ। ਇੱਕ ਥਾਂ ਅੱਗ ਲੱਗੀ, ਉਸੇ ਉਹਨਾਂ ਬਦਲਾ ਲੈਣਾ ਦੂਜੇ। ਉਸ ਤੋਂ ਬਾਅਦ ਆ ਜਿਹੜੇ ਉਹ ਬੰਦੇ ਲੁੱਟ ਖਸੁੱਟ ਵਾਲੇ ਦੈਟ ਟਾਈਪ ਪਰਸਨ ਜਿਹੜੇ ਨੇ, ਉਹ ਸਗੋਂ ਅੱਗੇ ਆਗੂ ਬਣ ਗਏ। ਔਰ ਕੁਛ ਵਿੱਚ ਬੰਦੇ ਉਸ ਵੇਲੇ ਵੀ ਸਿੱਖਾਂ ਹਿੰਦੂਆਂ 'ਚ ਵੀ ਔਰ ਮੁਸਲਮਾਨਾਂ 'ਚ ਵੀ ਸੀ
ਜਿਨ੍ਹਾਂ ਨੇ ਉਦੋਂ ਵੀ ਰੋਲ ਬੜਾ ਪੋਜ਼ਿਟਿਵ ਕੀਤਾ, ਜਿਹੜੇ ਆਪਣੇ ਵਾਕਫ ਜਾਂ ਯਾਰ ਦੋਸਤ ਸੀਗੇ ਦੂਸਰੀ ਕੌਮ ਦੇ, ਉਹਨਾਂ ਨੂੰ ਉਹਨਾਂ ਬਚਾਉਣ ਦੀ ਕੋਸ਼ਿਸ਼ ਕੀਤੀ। 5 ਦਰਿਆਵਾਂ ਦੇ ਜੰਮਿਆਂ ਨੂੰ ਅੱਜ ਮੰਗਿਆ ਇੱਕ ਬੂੰਦ ਪਾਣੀ ਨਹੀਂ ਸੀ ਮਿਲ ਰਿਹਾ। ਦਰਿਆਵਾਂ ਦਾ ਪਾਣੀ ਹੁਣ ਲਹੂ ਨਾਲ ਵਗ ਰਿਹਾ ਸੀ। 5 ਮਰੱਬਿਆਂ ਦੇ ਮਾਲਕਾਂ ਨੂੰ ਅੱਜ ਰਹਿਣ ਲਈ ਛੱਤ ਨਹੀਂ ਸੀ ਮਿਲ ਰਹੀ। ਸਿੱਖ ਔਰ ਹਿੰਦੂਆਂ ਨੂੰ ਇਸ ਕਰਕੇ ਜ਼ਿਆਦਾ ਹੋਇਆ ਕਿ ਵੀ ਉਧਰ ਜਿਹੜੀਆਂ ਉਹ ਜ਼ਮੀਨਾਂ ਛੱਡ ਕੇ ਆਏ, ਉਹ ਬਹੁਤ ਜ਼ਿਆਦਾ ਸੀ ਉਹਨਾਂ ਕੋਲ। ਇੱਧਰ ਆ ਕੇ ਉਹਨਾਂ ਨੂੰ ਕਈ ਗੁਣਾ ਘੱਟ ਜ਼ਮੀਨ ਮਿਲੀ, ਕਿਉਂਕਿ ਇੱਧਰ ਜ਼ਮੀਨਾਂ ਹੈ ਨਹੀਂ ਸੀ। ਉੱਧਰ ਤਾਂ 12 ਵਸੀਆਂ ਹੋਈਆਂ ਸੀਗੀਆਂ ਜਿਹੜੀਆਂ। ਜਿਹੜੇ ਇੱਧਰੋਂ ਗਏ ਸੀ ਉਹਨਾਂ ਨੂੰ ਜ਼ਮੀਨ ਦਾ ਅੰਤ ਹੀ ਕੋਈ ਨਹੀਂ ਰਿਹਾ। ਜਿੱਦਾਂ ਹੁਣ ਨਵਾਜ਼ ਸ਼ਰੀਫ ਹੈ, ਉਹ ਇੱਧਰਲੇ ਜਾਤੀ ਉਮਰਾ ਪਿੰਡ ਤੋਂ ਗਿਆ ਸੀ, ਉੱਧਰਲਾ ਜਿਹੜਾ ਪ੍ਰਾਈਮ ਮਿਨਿਸਟਰ ਹੈ, ਉਹਨੂੰ ਉੱਥੇ ਇੰਨੀ ਜਾ ਕੇ ਜ਼ਮੀਨ ਮਿਲ ਗਈ, ਇੰਨੀ ਜ਼ਿਆਦਾ ਮਿਲ ਗਈ। ਲੋਹਾਰ ਸੀ ਉਹ, ਵੈਸੇ ਲੋਹਾਰ ਹੈ, ਪਰ ਉਹ ਜ਼ਮੀਨ ਸੀ ਇੱਧਰ ਉਹਨਾਂ ਕੋਲ। ਉੱਧਰ ਜਾ ਕੇ ਇੰਨੀ ਜ਼ਮੀਨ ਮਿਲ ਗਈ ਕਿ ਉਹਨੇ ਆਪਣਾ ਪਿੰਡ ਹੀ ਵਸਾ ਲਿਆ। ਇੱਕ ਉਹਦਾ ਨਾਂ ਰੱਖਿਆ ਨਿਊ ਜਾਤੀ ਉਮਰਾ। ਇੱਧਰ ਉਹਦੇ ਪਿੰਡ ਦਾ ਨਾਂ ਜਾਤੀ ਉਮਰਾ ਸੀ, ਉੱਧਰ ਨਿਊ ਜਾਤੀ ਉਮਰਾ ਬਣਾ ਲਿਆ ਉਹਨੇ ਜਾ ਕੇ। ਵੰਡ ਤੋਂ ਪਹਿਲਾਂ ਭਾਰਤ ਦੀ ਜਨਸੰਖਿਆ 39 ਕਰੋੜ ਦੇ ਕਰੀਬ ਸੀ, ਜਿਸ ਵਿੱਚ ਵੰਡ ਤੋਂ ਬਾਅਦ ਭਾਰਤ ਵਿੱਚ 33 ਕਰੋੜ ਲੋਕ ਰਹਿ ਗਏ ਤੇ 3 ਕਰੋੜ ਪਾਕਿਸਤਾਨ ਤੇ 3 ਕਰੋੜ ਬੰਗਲਾਦੇਸ਼ ਵਿੱਚ ਚਲੇ ਗਏ। ਵੰਡ ਸਮੇਂ ਲਗਭਗ 10 ਲੱਖ ਵਿਅਕਤੀਆਂ ਦੀ ਮੌਤ ਹੋ ਗਈ ਸੀ। 8 ਮਿਲੀਅਨ ਦਾ ਅੰਦਾਜ਼ਾ ਹੈ, ਘੱਟੋ ਘੱਟ ਵੱਧ ਵੀ ਹੋ ਸਕਦੇ ਨੇ। 8 ਮਿਲੀਅਨ ਤੇ ਜ਼ਰੂਰ ਹੈ। ਲੱਖਾਂ ਲੋਕ ਮਾਰੇ ਗਏ ਔਰ ਕਰੋੜ ਤੋਂ ਵੱਧ ਜਿਹੜੇ ਉਹਨਾਂ ਮਾਈਗ੍ਰੇਟ ਹੋਏ ਹੋਣਗੇ, ਜਿਨ੍ਹਾਂ 'ਚੋਂ ਹਿੰਦੂ ਵੀ ਮਾਰੇ ਗਏ, ਸਿੱਖ ਵੀ ਮਾਰੇ ਗਏ, ਮੁਸਲਮਾਨ ਵੀ ਮਾਰੇ ਗਏ। ਅਸੀਂ ਇਹ ਨਹੀਂ ਕਹਿ ਸਕਦੇ ਕਿ ਮੁਸਲਮਾਨਾਂ ਜ਼ਿਆਦਾ ਮਾਰੇ ਜਾਂ ਹਿੰਦੂਆਂ ਨੇ ਜ਼ਿਆਦਾ ਮਾਰੇ। ਜੇ ਉੱਥੋਂ ਲੋਕੀ ਬਾਈ ਰੋਡ ਆ ਰਹੇ ਨੇ, ਤੁਹਾਨੂੰ ਪਤਾ ਰੋਡਸ ਵੀ ਉਸ ਵੇਲੇ ਇੰਨੀਆਂ ਵਧੀਆ ਨਹੀਂ ਸਨ ਹੁੰਦੀਆਂ, ਇੱਧਰੋਂ ਵੀ ਜਾ ਰਹੇ ਨੇ, ਉਹ ਰਸਤੇ 'ਚ ਹੀ ਬੰਦਿਆਂ ਨੂੰ ਮਾਰ ਦਿੰਦੇ ਸਨ। ਉੱਧਰੋਂ ਸਰਦਾਰ ਆ ਰਹੇ ਨੇ, ਹਿੰਦੂ ਆ ਰਹੇ ਨੇ, ਉਹ ਲੋਕਲ ਕਹਿ ਲਓ ਜਾਂ ਇੱਧਰੋਂ ਜਿਹੜੇ ਮੁਸਲਮਾਨ ਗਏ। ਹੋਲੋਕਾਸਟ ਵਰਲਡ ਦੇ ਵਿੱਚ, ਹਿਸਟਰੀ ਦੇ ਵਿੱਚ ਨਹੀਂ ਹੈਗਾ ਕਿ 10 ਲੱਖ ਤੋਂ ਜ਼ਿਆਦਾ ਬੰਦਾ ਮਰ ਗਿਆ ਹੋਵੇ। ਵਰਲਡ ਹਿਸਟਰੀ 'ਚ ਨਹੀਂ ਹੈਗਾ ਕਿਤੇ, ਇੱਥੇ ਕਦੇ ਵੀ ਕੋਈ ਨਹੀਂ। ਕੁੱਤਾ ਮਾਰਿਆ, ਬੰਦਾ ਮਾਰਿਆ, ਉਹ ਇਹੋ ਹੀ ਹਾਲ ਸੀ। 10 ਲੱਖ ਬੰਦਾ ਕੋਈ ਘੱਟ ਨਹੀਂ ਹੁੰਦਾ। ਕਤਲੇਆਮ ਤਾਂ ਬਹੁਤ ਹੋਇਆ ਉੱਧਰ ਵੀ ਤੇ ਇੱਧਰ ਵੀ, ਉਹਦਾ ਤਾਂ ਕੋਈ ਹਿਸਾਬ ਹੀ ਨਹੀਂ ਨਾ। ਕਿਉਂਕਿ ਇਹ ਬੰਦੇ ਦਾ ਪੁੱਤ ਐਸੀ ਚੀਜ਼ ਹੈ, ਬਹੁਤ ਚੰਗੇ ਕੰਮ ਵੀ ਕਰਦਾ ਹੈ, ਪਰ ਜਦ ਇਹਦੀ ਅਕਲ 'ਤੇ ਪਰਦਾ ਪੈਂਦਾ ਤਾਂ ਫਿਰ ਤਾਂ ਨੇਬਰਸ ਨੂੰ ਮਾਰਨ ਲੱਗ ਗਏ, ਆਪਣੇ ਗੁਆਂਢੀਆਂ ਨੂੰ। ਪੰਜਾਬ ਵਿੱਚ ਜਿਹੜਾ ਮੈਂ ਦੇਖਿਆ ਉਹ ਇਹ ਹੈ ਕਿ ਵੀ ਆਪਣੇ ਪਿੰਡ ਵਾਲਿਆਂ 'ਤੇ ਹਮਲਾ ਨਹੀਂ ਸੀ ਕਰਦੇ। ਬਾਹਰਲੇ ਪਿੰਡ ਵਾਲੇ ਜਾਂ ਤੁਹਾਡੇ ਪਿੰਡ ਦੇ ਉੱਤੇ ਹਮਲਾ ਕਰਦੇ ਸੀ ਤੇ ਉਸ ਵੇਲੇ ਫਿਰ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਨਹੀਂ ਸੀ ਕਰ ਸਕਦੇ, ਕਿਉਂਕਿ ਉਹਨਾਂ ਦੇ ਹਮਲਾ ਕਰਨ ਵਾਲੇ ਜਿਹੜੇ ਲੋਕਾਂ ਦੀ ਤਾਦਾਦ ਇੰਨੀ ਜ਼ਿਆਦਾ ਹੁੰਦੀ ਸੀ ਕਿ ਜੇ ਤੁਸੀਂ ਮੁਸਲਮਾਨਾਂ ਨੂੰ ਬਚਾਉਣਾ ਚਾਹੋ ਤਾਂ ਬਚਾ ਮਰੋਗੇ। ਲਾਪਤਾ ਵਿਅਕਤੀਆਂ ਦੀ ਗਿਣਤੀ 22,30,000 ਦੇ ਕਰੀਬ ਹੈ। ਇਸ ਵੰਡ ਦਾ ਸਿੱਖ ਕੌਮ ਤੇ ਬੜਾ ਡੂੰਘਾ ਤੇ ਮਾਰੂ ਅਸਰ ਪਿਆ। ਲਗਭਗ 1 ਲੱਖ ਸਿੱਖ ਇਸ ਦੌਰਾਨ ਮਾਰੇ ਗਏ। 400 ਦੇ ਕਰੀਬ ਗੁਰੂ ਧਾਮ ਪੱਛਮੀ ਪੰਜਾਬ ਵਿੱਚ ਰਹਿ ਗਏ। ਪੰਜਾਬ ਦੇ ਕੁੱਲ ਮਾਲੀਏ ਵਿੱਚ 40% ਦੀ ਹਿੱਸਾ ਪਾਉਣ ਵਾਲੇ ਸਿੱਖ ਜ਼ਮੀਨਦਾਰਾਂ ਦੀ ਭੂਮੀ ਪਾਕਿਸਤਾਨ ਰਹਿ ਗਈ। ਜ਼ਿਆਦਤੀ ਹੋਈ ਵੀ ਹੈ ਕਿਉਂਕਿ ਜ਼ਮੀਨਾਂ ਬੜੀਆਂ ਘੱਟ ਮਿਲੀਆਂ ਇੱਧਰ ਆ ਕੇ। ਸਾਡੇ ਲੋਕਾਂ ਦਾ ਤਾਂ ਕੁਝ ਨਹੀਂ ਇੰਨਾ ਵਿਗੜਿਆ, ਜਿਹੜੇ ਅਸੀਂ ਇੱਧਰ ਰਹਿੰਦੇ ਸੀਗੇ ਉਹਨਾਂ ਨੂੰ ਤਾਂ ਉੱਧਰ ਮਰੱਬੇ ਛੱਡ ਕੇ ਆਉਣੇ ਪਏ ਤੇ ਇੱਧਰ ਵਿਕਿਆਂ ਵਿੱਚ ਤੇ ਏਕੜਾਂ ਵਿੱਚ ਜ਼ਮੀਨਾਂ ਮਿਲੀਆਂ। ਉਹ ਮਹਿਸੂਸ ਤਾਂ ਹੁੰਦਾ ਹੀ ਰਹੇਗਾ। ਅੱਛਾ, ਉਹ ਫਿਰ ਆਪਣੇ ਪੁੱਤ ਪੋਤਿਆਂ ਨੂੰ ਦੱਸਦੇ ਆ ਵੀ ਉੱਥੇ ਅਸੀਂ ਕਿੰਨੀ ਜ਼ਮੀਨ ਜਾਇਦਾਦ ਵਾਲੇ ਸੀ, ਇੱਥੇ ਅਸੀਂ ਇਹ ਆ। ਉਹ ਫਿਰ ਆਪਣੇ ਪੁੱਤ ਪੋਤਿਆਂ ਨੂੰ ਦੱਸਦੇ ਆ। ਇਹ 1-2 ਜਨਰੇਸ਼ਨ ਤੋਂ ਬਾਅਦ ਤਾਂ ਭੁੱਲ ਜਾਣਗੇ, ਲੇਕਿਨ ਇੱਕ ਫੀਲਿੰਗ ਜਿਹੜੀ ਉਹ ਚਲੀ ਆ ਰਹੀ ਹੈ, ਹਾਲੇ ਕਿਹੜਾ ਖਤਮ ਹੋਈ। ਉਹ ਰੁਤਬਾ ਤੇ ਉਹ ਸਰਦਾਰੀ ਜੋ ਜ਼ਮੀਨਾਂ ਨਾਲ ਸੀ, ਪੰਜਾਬੀਆਂ ਨੂੰ ਭਾਰਤ ਵਿੱਚ ਆ ਕੇ ਨਹੀਂ ਮਿਲੀ। ਜਿੰਨਾ ਲਹੂ ਪੰਜਾਬੀਆਂ ਨੇ ਇਸ ਆਜ਼ਾਦੀ ਲਈ ਵਹਾਇਆ, ਉਹਨਾਂ ਪਾਣੀ ਵੀ ਪੰਜਾਬ ਦੇ ਹਿੱਸੇ ਨਾ ਆਇਆ। ਪੰਜਾਬ ਦੀ ਜ਼ਮੀਨ ਤਾਂ ਵੰਡੀ ਗਈ, ਨਾਲ ਹੀ ਪੰਜਾਬ ਦੇ 5 ਦਰਿਆ ਵੀ ਵੰਡੇ ਗਏ। ਬਸ ਆਟਾ ਛਾਟਾ ਮਿਲ ਜਾਂਦਾ ਸੀ, ਦਾਲ ਰੋਟੀ ਹੋਈ ਖਾਈ ਦੀ ਸੀ, ਹੋਰ ਤੇ ਕੁਛ ਨਹੀਂ ਸੀ। ਬਾਥਰੂਮ 1-2 ਸੀ, ਸਾਰੇ ਨਹਿਲਾਂ ਲੱਗਦੀਆਂ ਸੀ ਤਾਂ ਜਾਂਦੇ ਸੀ ਅੰਦਰ। ਜੋ ਕੁਝ ਵੀ ਪੰਜਾਬ ਨਾਲ ਬੀਤਿਆ, ਉਸ ਦਾ ਜ਼ਿਕਰ ਕਿਸੇ ਵੀ ਇਤਿਹਾਸਿਕ ਦਸਤਾਵੇਜ਼ ਵਿੱਚ ਨਹੀਂ ਆਉਂਦਾ। ਸਕੂਲਾਂ ਦੇ ਸਿਲੇਬਸਾਂ ਵਿੱਚ ਆਜ਼ਾਦੀ ਦੇ ਗੀਤ ਤਾਂ ਗਾਏ ਜਾਂਦੇ ਨੇ, ਪਰ ਕਿਤੇ ਵੀ 47 ਦੇ ਉਹ ਕਤਲੇਆਮ ਦਾ ਜ਼ਿਕਰ ਨਹੀਂ ਆਉਂਦਾ ਜੋ ਪੰਜਾਬੀਆਂ ਨੂੰ ਅਦਮੋਇਆ ਕਰਕੇ ਸੁੱਟ ਗਿਆ ਸੀ।
मैं तो विचों लग गया। आई बिलोंग टू गुजरावाला। गुजरावाला राइट में अखी वेखे सिखा ते मुसलमाना ने। मेरा विआह राइट से होया। मेरे पेरेंट्स कहें तू निकले तो ऐसा खरे बनना के जीवन है। मैं 8 अगस्त ਨੂੰ फ्रंटियर ਤੇ अपनी बीवी नाल दिल्ली चला गया। ਉੱਥੇ ਇਨਵੀਟੇਸ਼ਨ ਸੀ ਕਿਸੇ ਦੀ ਸਾਨੂੰ। ਉੱਥੇ ਵੀ ਰਾਈਟਸ ਵੇਖਿਆ। ਕਹਾਣੀ ਬੜੀ ਲੰਮੀ ਹੈ। ਜਿਹੜੇ ਨਾਲ ਗੁਆਂਢੀ ਹੁੰਦੇ ਸਨ ਉਹ ਰਾਤੋਂ ਰਾਤ ਹੀ ਦੁਸ਼ਮਣ ਬਣ ਗਏ ਇੱਕ ਦੂਜੇ ਦੇ, ਵੀ ਇਹਨਾਂ ਇੱਥੋਂ ਚਲੇ ਜਾਣਾ ਹੈ, ਇਹਨਾਂ ਦਾ ਸਮਾਨ ਲੁੱਟ ਲਓ, ਜੋ ਕੁਝ ਵੀ ਗ੍ਰੈਬ ਕਰਨਾ ਹੈਗਾ ਉਹ ਕਰ ਲਓ। ਹਾਂ, ਕਈ ਜਿਹੜੀਆਂ ਉਹ ਲੇਡੀਜ਼ ਵਗੈਰਾ ਦਾ ਵੀ ਉਸ ਵੇਲੇ ਕਈਆਂ ਨੇ ਖੂਹ ਛਾਲ ਮਾਰ ਦਿੱਤੀ ਆਪਣੀ ਇੱਜ਼ਤ ਬਚਾਉਣ ਲਈ, ਹਿੰਦੂ ਔਰ ਸਿੱਖ ਲੇਡੀਜ਼। ਅਤੇ ਉਹ ਦੇ ਇਨਸਿਸਟਡ ਵੀ ਜਿਹੜੀਆਂ ਲੇਡੀਜ਼ ਨੇ ਜਿਹੜੀਆਂ ਨਹੀਂ ਮੰਨੀਆਂ ਉਹ ਤਾਂ ਦੇ ਡਾਈਡ ਆਫ ਦੇਅਰ ਓਨ। ਕਈ ਮੁਸਲਮਾਨ ਬਣ ਗਈਆਂ, ਉੱਥੇ ਹੀ ਰਹਿ ਗਈ। ਉਹਨਾਂ ਘਰ ਵੀ ਸਾਡਾ ਮੁਸਲਮਾਨਾਂ ਨੇ ਹੀ ਲੁੱਟਿਆ ਨਾਲ ਦਿਆਂ ਨੇ। ਅੱਛਾ, ਫਿਰ ਲੋਕਾਂ ਦੀਆਂ ਪਹਿਲੇ ਬੈਂਕ ਘੱਟ ਹੀ ਹੁੰਦੇ ਸੀ, ਸਾਰੇ ਕਿੰਨੇ ਫੁੱਟ ਉਹਨਾਂ ਨੇ ਹਰ ਇੱਕ ਘਰ ਦੇ ਖੋਦ ਦਿੱਤਾ ਵੀ ਇੱਥੇ ਸੋਨਾ ਦੱਬਦੇ ਨੇ, ਪੈਸੇ ਦੱਬਦੇ ਨੇ। ਉਹਨਾਂ ਨੂੰ ਮਿਲਿਆ ਵੀ ਬੜਾ ਕੁਝ। ਉੱਥੇ ਸਾਡੇ ਲੋਕੀ ਅਮੀਰ ਬਹੁਤ ਸੀ, ਕਿਉਂਕਿ ਉਹਨਾਂ ਦੇ ਵੱਡੇ ਵੱਡੇ ਮਕਾਨ ਸੀ, ਵਿੱਚੇ ਬਾਗ ਸਨ, ਵਿੱਚੇ ਖੂਹ ਸਨ, ਵਿੱਚੇ ਸਾਰਾ ਕੁਝ ਸੀ। ਅਮੀਰ ਲੋਕ ਸਨ ਉੱਥੋਂ ਦੇ। ਦਿਮਾਗ ਨੂੰ ਬਹੁਤ ਧੱਕਾ ਲੱਗਾ, ਕਿਉਂਕਿ ਉਹਨਾਂ ਆਪਣਾ ਸਾਰਾ ਘਰ ਲੁੱਟਦਿਆਂ ਆਪ ਵੇਖਿਆ। ਭਾਰਤ ਦੇ ਝੰਡੇ ਦੇ ਉੱਤੇ ਭਗਵਾ ਰੰਗ ਕੁਰਬਾਨੀਆਂ ਦਾ ਰੰਗ ਅਖਾਉਂਦਾ ਹੈ, ਪਰ ਇਹ ਤਿਰੰਗੇ ਨੇ ਪੰਜਾਬੀਆਂ ਦੀ ਰੈੱਡ ਕਲੀਫ ਤੇ ਰੁਲਦੀਆਂ ਲਾਸ਼ਾਂ ਨੂੰ ਢੱਕ ਲਿਆ, ਜਿਸ ਦਾ ਜ਼ਿਕਰ ਹੁਣ ਭਾਰਤੀ ਆਜ਼ਾਦੀ ਤਵਾਰੀਖ ਵਿੱਚ ਕਿਤੇ ਨਹੀਂ ਮਿਲਦਾ। ਭਾਰਤ ਵਿੱਚ ਪੰਜਾਬੀਆਂ ਨੂੰ ਉਹ ਬਣਦਾ ਸਨਮਾਨ ਅੱਜ ਵੀ ਨਹੀਂ ਮਿਲਦਾ। 1947 ਤੋਂ ਬਾਅਦ ਭਾਰਤ ਵਿੱਚ ਵਾਪਰੇ 84 ਦੇ ਦੰਗਿਆਂ ਨੇ ਸਿੱਖਾਂ 'ਤੇ ਉਹ ਕਹਿਰ ਬਰਸਾਇਆ, ਜਿਸ ਦਾ ਦਰਦ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਨਸੂਰ ਬਣ ਬੈਠਾ ਹੈ। ਅੱਜ ਵੀ ਪੰਜਾਬ ਆਜ਼ਾਦ ਭਾਰਤ ਵਿੱਚ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ, ਭਾਵੇਂ ਇਹ ਮਸਲੇ ਧਾਰਮਿਕ ਹੋਣ, ਸਮਾਜਿਕ ਜਾਂ ਆਰਥਿਕ। ਕਦੇ ਪਾਣੀਆਂ ਦਾ ਰੌਲਾ, ਕਦੇ ਆਪਣੀ ਮਾਂ ਬੋਲੀ ਦਾ ਬਣਦਾ ਹੱਕ, ਅਤੇ ਕਦੇ ਗੁਰਬਾਣੀ ਦੀ ਹੁੰਦੀ ਬੇਅਦਬੀ। ਪੰਜਾਬ ਦੀ ਫਿਜ਼ਾ ਅੱਜ ਵੀ ਇੱਕ ਹੌਕਾ ਭਰਦੀ ਹੈ, ਪਰ ਪੰਜਾਬੀ ਸਿੱਖ ਕੌਮ ਖੂਹ ਪੁੱਟ ਕੇ ਪਾਣੀ ਪੀਣ ਵਾਲੀ ਕੌਮ ਹੈ। ਇੰਨਾ ਕੁਝ ਆਪਣੀ ਹਿੱਕ 'ਤੇ ਹੰਢਾਉਣ ਦੇ ਬਾਵਜੂਦ ਇਹ ਚੜ੍ਹਦੀ ਕਲਾ ਵਿੱਚ ਰਹਿ ਕੇ ਸਰਬੱਤ ਦਾ ਭਲਾ ਮੰਗਦੀ ਹੈ। ਨਾਨਕ ਨਾਮ ਚੜ੍ਹਦੀ ਕਲਾ।